हाँ जी डियर स्टूडेंट्स, बेटा कैलकुलस का ਆਪਾਂ ਨੈਕਸਟ ਐਕਸਰਸਾਈਜ਼ ਅੱਜ ਸ਼ੁਰੂ ਕਰਨ ਲੱਗੇ ਹਾਂ, ਜਿਹਦੇ ਵਿੱਚ ਤੁਹਾਡੇ ਕੋਲ ਆਰਟੀਕਲ ਨੰਬਰ 16 ਦੇ ਵਿੱਚ ਹੈਗਾ ਸਕੁਇਜ਼ ਪ੍ਰਿੰਸੀਪਲ। ਸਕੁਇਜ਼ ਪ੍ਰਿੰਸੀਪਲ ਦੀ ਸਟੇਟਮੈਂਟ ਇਹ ਹੈਗੀ ਹੈ ਕਿ ਅਗਰ ਤੁਹਾਡੇ ਕੋਲ ਤਿੰਨ ਫੰਕਸ਼ਨਸ ਨੇ ਹੈ ਨਾ, ਕਿ f(x) is less than g(x) is less than h(x) for all x in some deleted neighborhood of a, ਤਾਂ ਕਹਿੰਦੇ ਕਿ ਅਗਰ ਤੁਹਾਡੇ ਕੋਲ f(x) ਜਿਹੜਾ ਫੰਕਸ਼ਨ ਹੈ ਉਹ ਕਿਸੇ ਪਰਟੀਕੂਲਰ ਪੁਆਇੰਟ a ਦੇ ਉੱਪਰ ਲਿਮਿਟ l ਨੂੰ ਅਪਰੋਚ ਕਰਦਾ ਹੈ, ਤੇ ਜਿਹੜਾ h(x) ਫੰਕਸ਼ਨ ਹੈ ਉਹ ਵੀ ਉਸੇ ਹੀ ਪੁਆਇੰਟ ਦੇ ਉੱਪਰ ਸੇਮ ਲਿਮਿਟ ਨੂੰ ਅਪਰੋਚ ਕਰਦਾ ਹੈ। ਤਾਂ ਜੋ ਇਹਨਾਂ ਦਾ ਬਿਟਵੀਨ ਵਾਲਾ ਫੰਕਸ਼ਨ ਹੈ, ਮੀਨਸ ਕਿ g(x) ਜੋ ਫੰਕਸ਼ਨ ਹੈ ਉਹ ਵੀ ਕਹਿੰਦੇ ਕਿ ਉਸੇ ਹੀ ਲਿਮਿਟ ਨੂੰ ਤੇ ਉਸੇ ਹੀ ਪੁਆਇੰਟ ਤੇ ਉਸੇ ਹੀ ਲਿਮਿਟ ਨੂੰ ਅਪਰੋਚ ਕਰੂਗਾ। ਇਹ ਹੈਗਾ ਤੁਹਾਡੇ ਕੋਲ ਸਕੁਇਜ਼ ਪ੍ਰਿੰਸੀਪਲ ਦਾ ਰਿਜ਼ਲਟ। ਤੇ ਨੈਕਸਟ ਆਰਟੀਕਲ ਨੰਬਰ 17 ਹੈਗਾ ਕਿ ਅਗਰ ਤੁਹਾਡੇ ਕੋਲ ਇੱਕ ਫੰਕਸ਼ਨ ਹੈ ਜੋ ਕਿਸੇ ਪੁਆਇੰਟ ਦੇ ਉੱਪਰ 0 ਲਿਮਿਟ ਦੇ ਰਿਹਾ ਹੈ ਤੇ g(x) ਕੋਈ ਵੀ ਬਾਉਂਡਿਡ ਹੈ ਇਨ ਸਮ ਡਿਲੀਟਡ ਨੇਬਰਹੁੱਡ ਆਫ a ਹੈ ਨਾ, ਤਾਂ ਕਹਿੰਦੇ ਕਿ ਉਹ ਦੋਨੋਂ ਫੰਕਸ਼ਨਸ ਦੀ ਜੋ ਪ੍ਰੋਡਕਟ ਵਾਲਾ ਫੰਕਸ਼ਨ ਬਣੂਗਾ, ਮੀਨਸ f(x) into g(x) ਉਸ ਪੁਆਇੰਟ ਦੇ ਉੱਪਰ 0 ਨੂੰ ਹੀ ਅਪਰੋਚ ਕਰੂਗਾ। ਮੀਨਸ ਇਹ ਹੈ ਕਿ ਅਗਰ ਇੱਕ ਦੀ ਲਿਮਿਟ 0 ਤੇ ਦੂਸਰਾ ਫੰਕਸ਼ਨ ਬਾਉਂਡਿਡ ਹੈ ਤਾਂ ਦੋਨਾਂ ਦੀ ਪ੍ਰੋਡਕਟ ਜਿਹੜੀ ਆ ਉਹ 0 ਨੂੰ ਹੀ ਅਪਰੋਚ ਕਰੂਗੀ। ਤੇ ਨੈਕਸਟ ਆ ਜਾਂਦਾ ਆਰਟੀਕਲ ਨੰਬਰ 18। ਇਹਦੇ ਵਿੱਚ ਹੈਗਾ ਕਿ ਅਗਰ x ਜਿਹੜਾ ਪੁਆਇੰਟ ਹੈ ਉਹ 0 ਤੋਂ ਲੈ ਕੇ π/2 ਦੇ ਵਿੱਚ ਲਾਈ ਕਰਦਾ ਹੈ ਤਾਂ ਮੋਡ ਸਾਈਨ x ਜਿਹੜਾ ਉਹ ਲੈਸ ਦੈਨ ਹੋਊਗਾ ਮੋਡ x ਤੋਂ, ਤੇ x ਜਿਹੜਾ 0 to π/2 ਦੇ ਵਿੱਚ ਲਾਈ ਕਰਦਾ ਹੈ ਤਾਂ ਮੋਡ x ਗ੍ਰੇਟਰ ਹੋਊਗਾ ਮੋਡ ਸਾਈਨ x ਤੋਂ ਤੇ ਲੈਸ ਦੈਨ ਮੋਡ tan x ਤੋਂ। ਕਰੋਲਰੀ ਇਹਦੇ ਵਿੱਚ ਨਾ ਕੁਛ ਕਰੋਲਰੀਜ਼ ਨੇ ਬੇਟਾ ਤੁਹਾਡੇ ਕੋਲ, ਜਿਵੇਂ ਕਿ ਕਰੋਲਰੀ ਫਸਟ ਦਾ ਰਿਜ਼ਲਟ ਹੈਗਾ ਕਿ ਸਾਈਨ x ਦੀ ਲਿਮਿਟ ਐਟ ਦ ਪੁਆਇੰਟ 0 0 ਹੁੰਦੀ ਹੈ। ਤੁਹਾਨੂੰ ਪਤਾ ਹੀ ਹੈ ਵੈਸੇ ਕਿ ਕੋਸ ਸਾਈਨ 0 is 0, ਕੋਸ 0 is 1, tan 0 is 0 ਹੈ ਨਾ, ਇਹ ਉਹੀ ਰਿਜ਼ਲਟ ਸਾਰੇ ਲਿਖੇ ਹੋਏ ਆ। ਤੇ ਸਾਈਨ x ਅਪਰੋਚਿਸ ਟੂ a ਸਾਈਨ ਆਫ a ਹੁੰਦਾ ਹੈ ਤੇ ਕੋਸ x ਅਪਰੋਚਿਸ ਟੂ a ਕੋਸ ਆਫ a ਹੁੰਦਾ ਹੈ। ਇਹਦੇ ਵਿੱਚੋਂ ਨਾ ਕੁਛ ਦੋ ਇੰਪੋਰਟੈਂਟ ਰਿਜ਼ਲਟਸ ਹੈ, ਵੈਸੇ ਤੁਸੀਂ ਇਹ ਯੂਜ਼ ਕਰਕੇ ਵੀ ਆਏ ਹੋਏ ਹੋ ਪਹਿਲਾਂ, ਕਿ ਅਗਰ ਤੁਸੀਂ ਲਿਮਿਟ x ਅਪਰੋਚਿਸ ਟੂ 0 ਲੈਂਦੇ ਹੋ, ਅਗਰ ਤਾਂ ਇਕੱਲਾ ਸਾਈਨ x ਲੈਂਦੇ ਹੋ ਤਾਂ ਉਹ 0 ਨੂੰ ਅਪਰੋਚ ਕਰਦਾ ਹੈ, ਬਟ ਅਗਰ ਸਾਈਨ x ਦੇ ਨੀਚੇ ਇੱਕ ਹੋਰ x ਲੈਂਦੇ ਹੋ ਤਾਂ ਉਹਦੀ ਲਿਮਿਟ 1 ਬਣ ਜਾਂਦੀ ਹੈ। ਸੇਮ ਇੱਦਾਂ ਹੀ tan x ਦੇ ਵਿੱਚ ਹੁੰਦਾ ਕਿ ਅਗਰ ਤੁਸੀਂ ਇਕੱਲੇ tan x ਦੀ ਲਿਮਿਟ ਲੈਂਦੇ ਹੋ 0 ਦੇ ਉੱਪਰ ਤਾਂ 0 ਆਉਂਦੀ ਹੈ, ਅਗਰ tan x/x ਦੀ ਲਿਮਿਟ ਲੈਂਦੇ ਹੋ ਦੈਨ ਉਹ 1 ਆ ਜਾਂਦੀ ਹੈ। ਤਾਂ ਇਹ ਰਿਜ਼ਲਟ ਜਿਹੜੇ ਹੈਗੇ ਨੇ ਨਾ, ਇਹ ਸਾਈਨ x ਤੇ tan x ਲਈ ਹੀ ਹੋਲਡ ਕਰਦੇ ਨੇ, cos x ਲਈ ਇਹ ਰਿਜ਼ਲਟ ਹੋਲਡ ਨਹੀਂ ਕਰਦਾ ਹੈਗਾ। ਤੇ ਸੇਮ ਹੀ ਇਨਵਰਸ ਲਈ ਵੀ ਐਗਜ਼ਿਸਟ ਕਰਦਾ ਹੈ ਕਿ ਲਿਮਿਟ x ਅਪਰੋਚਿਸ ਟੂ 0 ਸਾਈਨ ਇਨਵਰਸ x/x ਉਹਦੀ ਲਿਮਿਟ ਵੀ ਕਿੰਨੀ ਹੁੰਦੀ ਹੈ 1 ਹੁੰਦੀ ਹੈ। ਠੀਕ ਹੈ ਅਜੇ, ਤਾਂ ਹੁਣ ਇਹਦੇ ਨਾਲ ਰਿਲੇਟਿਡ ਕੁਛ ਐਗਜ਼ਾਮਪਲਸ ਨੇਗੀਆਂ ਉਹ ਆਪਾਂ ਸੋਲਵ ਕਰਦੇ ਹਾਂ। ਤਾਂ ਜਿਵੇਂ ਪਹਿਲਾਂ ਫਸਟ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ ਕਿ ਲਿਮਿਟ x ਅਪਰੋਚਿਸ ਟੂ 0 ਸਾਈਨ ਆਫ 2x ਪਲਸ ਸਾਈਨ ਆਫ 6x ਅਪੋਨ ਸਾਈਨ ਆਫ 5x ਮਾਈਨਸ ਸਾਈਨ ਆਫ 3x। ਠੀਕ ਹੈ ਜੀ, ਤਾਂ ਹੁਣ ਸਾਈਨ ਆਫ 2x x ਅਪਰੋਚਿਸ ਟੂ 0 ਹੈ, ਤੁਸੀਂ ਇਹਨੂੰ ਕਿਵੇਂ ਸੋਲਵ ਕਰੋਗੇ? ਹਰ ਇੱਕ ਦੇ ਨੀਚੇ ਜਿਵੇਂ ਇਹਨੂੰ ਸੋਲਵ ਕਰੋ, x ਅਪਰੋਚਿਸ ਟੂ 0 ਲਿਖੋ, ਸਾਈਨ ਆਫ 2x ਦੇ ਨੀਚੇ 2x ਨੂੰ ਮਲਟੀਪਲਾਈ ਕਰੋ, 2x ਨੂੰ ਡਿਵਾਈਡ ਕਰੋ। ਸੇਮ ਇੱਦਾਂ ਹੀ 6x ਦੇ ਨੀਚੇ 6x ਨੂੰ ਮਲਟੀਪਲਾਈ ਕਰੋ, 6x ਨੂੰ ਡਿਵਾਈਡ ਕਰੋ। ਸੇਮ ਹੀ ਤੁਸੀਂ ਸਾਰਿਆਂ ਦੇ ਨਾਲ ਕਰਨਾ ਹੈ ਤਾਂ ਕਿ ਤੁਹਾਡੇ ਕੋਲ ਸਾਈਨ x/x ਦੀ ਫੋਰਮ ਬਣ ਜਾਏ। ਠੀਕ ਹੈ, ਸਾਈਨ ਆਫ 3x/3x ਇੰਟੂ 3x। ਅੱਛਾ, ਜੋ ਇਹ ਲਿਮਿਟ ਹੈ ਉਹ ਆਪਾਂ ਫਿਰ ਉਸ ਤੋਂ ਬਾਅਦ ਕੀ ਕਰਨਾ, ਇਕੱਲੇ ਇਕੱਲੇ ਨੂੰ ਅਲੱਗ-ਅਲੱਗ ਲਿਮਿਟ ਦੇ ਦੇਣੀ ਹੈ। ਜਿਵੇਂ ਅਗਰ ਤੁਸੀਂ ਦੇਖੋ ਕਿ ਅਗਰ x 0 ਨੂੰ ਅਪਰੋਚ ਕਰਦਾ ਹੈ ਤਾਂ 2x ਵੀ 0 ਨੂੰ ਅਪਰੋਚ ਕਰੂਗਾ ਤਾਂ ਉੱਪਰ ਜਾ ਕੇ ਉਹਨੇ ਸਾਈਨ ਆਫ 2x ਬਣ ਜਾਣਾ। ਠੀਕ ਹੈ ਜੀ, ਪਲੱਸ ਟੂ ਨਾਲ ਹੀ ਮਲਟੀਪਲਾਈ ਡਿਵਾਈਡ ਕਰ ਲਈਏ ਆਪਾਂ, ਪਲੱਸ ਲਿਮਿਟ 6x ਅਪਰੋਚਿਸ ਟੂ 0 ਸਾਈਨ ਆਫ 6x ਅਪੋਨ 6x ਇੰਟੂ 6x। लिमिट ऑफ 5x अप्रोचेस टू 0 साइन ऑफ 5x अपॉन 5x इंटू 5x माइनस लिमिट 3x अप्रोचेस टू 0 साइन ऑफ 3x अपॉन 3x इंटू 3x। ਹੁਣ ਤੁਸੀਂ ਦੇਖੋ ਕਿ ਜਿਹੜੀ ਆ ਲਿਮਿਟ ਹੈ ਇਹਨੇ ਤਾਂ 1 ਹੋ ਜਾਣਾ, 1 इंटू 2x प्लस 6x अपॉन 5x माइनस 3x लिमिट x अप्रोचेस टू 0 8x अपॉन 2x मीनस 4 ਤੁਹਾਡੇ ਕੋਲ ਇਸ ਦੀ ਰਿਕੁਆਇਰਡ ਲਿਮਿਟ ਐਗਜ਼ਿਸਟ ਕਰ ਗਈ।
ठीक है जी। तो सेम ही जिमें तुहाडे कोले सैकेंड एग्जाम्पल पार्ट हैगा, इहदा फस्ट एग्जाम्पल का सैकेंड पार्ट है एक्स क्यूब कॉट एक्स अपॉन 1 माइनस कॉस एक्स। ये तुसीं की कीता कि पहला जिहड़ा कॉट एक्स सीगा उहनूं डिवाइड दे विच टैन एक्स करता, फिर टैन एक्स दे नाल एक एक्स जिहड़ा सीगा वो डिवाइड ते मल्टीप्लाई करके ऊपर एक्स स्केयर बन गया तो नीचे एक्स आ गया। इस चीज़ ने तो बन जाना 1, ठीक है जी। तो नैक्सट जो अंदर वाली जो लिमिट है जिहड़ा ये ऊपर एक्स सीगा अपने कोले 1 माइनस कॉस एक्स का फॉर्मूला अप्लाई किया 2 साइन स्केयर एक्स बाय 2 2 साइन स्केयर एक्स बाय 2 नूं जो तुसीं एक्स स्केयर नाल डिवाइड करोगे तो 2 नाल फिर दोबारा मल्टीप्लाई डिवाइड करके फॉर्म बन गई साइन एक्स बाय 2 बाय एक्स बाय 2 द होल स्केयर। तो इन्हां दे अकॉर्डिंगली ये दोनों लिमिट्स जिहड़ियां ने वो 1 बन जाणगियां ते तुहाडे कोले रह जाना सिर्फ 2/1 क्रॉस 1 मीनस 2, ठीक है जी। तो एग्जाम्पल नंबर सैकेंड दे विच जिवें हैगा कि लिमिट एक्स अप्रोचिज टू पाई बाय 2 सेकेंड एक्स माइनस टैन एक्स बाय पाई बाय 2 माइनस एक्स इक्वल टू हाफ। तो ये पहला ना तुसी पॉइंट जोड़ा हैगा उन्होंने चेंज करोगे, जिमें इत्थे तुसी 0 ले आओ, मतलब कि जिमें एक्स माइनस पाई बाय 2 नूं पुट करता एच अप्रोचिज टू 0 हो जाऊगा। तो इनू जो तुसी एच दे विच चेंज करोगे तो एक्स दी जिहड़ियां वैल्यूज़ ने वो पाई बाय 2 प्लस एच दे विच कन्वर्ट हो जाणगियां। तो फिर उस तो बाद कॉस ऑफ पाई बाय 2 प्लस सॉरी सीकेंट ऑफ पाई बाय 2 प्लस थीटा का फॉर्मूला अप्लाई किया माइनस कोसिकेंट थीटा माइनस टैन पाई बाय 2 प्लस थीटा का अप्लाई किया कॉट ऑफ थीटा, है ना। ये सारे फॉर्मूला अप्लाई करने तो बाद तुहाडे कोले जिहड़ी इसकी लिमिट जिहड़ी आ जानी है वो आ गई हाफ, मतलब 1/2, ठीक है जी। तो ये मतलब होर एक पर्टिकुलर एग्जाम्पल्स जिहड़ियां ने इहदियां वो दित्तियां होईयां ने ते एक्सरसाइज भी इस एक्सरसाइज दे नाल रिलेटिड हैगी है, वो तुसीं कर लैनी है। कोई डाउट हैगा किसी नूं तां वो क्लीयर कर लिओ इस एक्सरसाइज दे विच। ते नैक्सट जो अपनी एक्सरसाइज हैगी है ये नाल ही रिलेटिड ਉਹਦੇ ਵਿੱਚੋਂ 20th आर्टिकल हैगा कि अगर तुसी log x की लिमिट पुट करते हो x अप्रोचिज टू a ਦੇ ਨਾਲ ਤਾਂ ਉਹ ਆ ਜਾਊਗੀ ਤੁਹਾਡੇ ਕੋਲੇ log of a, है ना। बट इत्थे ध्यान रखियो कि ਜਿਹੜਾ a है कोई भी पॉजिटिव रियल नंबर होना चाहिए, वो 0 नहीं होना चाहिए, क्योंकि log ਜਿਹੜਾ फंक्शन है वो 0 ਤੇ डिफाइंड नहीं ਹੁੰਦਾ। तो आर्टिकल नंबर 21 ਦੇ ਵਿੱਚ हैगा कि x अप्रोचिज टू 0 1 प्लस एक्स रेज टू पावर 1/x ਇਹਦੀ लिमिट ਹੁੰਦੀ है अपने कोले एक्सपोनेंशियल फंक्शन मीनस e। तो लिमिट ये ना स्टैंडर्ड रिजल्ट ने रजे, ये तुसीं सारे याद रखने अपने को कि लिमिट एक्स अप्रोचिज टू 0 a रेज टू पावर x माइनस 1/x की लिमिट कितनी होंगी है log of a। ये सारे यूज होंगे तुहाडियां एग्जाम्पल्स दे विच। ते आर्टिकल नंबर 24 का रिजल्ट है कि अगर x 0 ते 1 दे विच लाई करदा तो e रेज टू पावर x माइनस 1/x जिहड़ा हैगा वो 1 तो लेके 1/1 माइनस x दे विच लाई करदा। ਜਿਹੜੇ ਨੈਕਸਟ 25 ਨੇ ਇਹਨਾਂ ਨੂੰ ਤੁਸੀਂ ਨਾ ਸਕੁਈਜ਼ ਪ੍ਰਿੰਸੀਪਲ ਦੀ ਹੈਲਪ ਦੇ ਨਾਲ ਪ੍ਰੂਫ ਕਰਨਾ ਹੈ ਕਿ e ਰੇਜ਼ ਟੂ ਪਾਵਰ x ਦੀ ਲਿਮਿਟ ਕਿੰਨੀ ਹੈ ਐਟ x ਇਕੁਅਲ ਅਪਰੋਚਿਸ ਟੂ 0 ਤੇ 1, c ਦੇ ਉੱਪਰ e ਰੇਜ਼ ਟੂ ਪਾਵਰ c ਤੇ e ਰੇਜ਼ ਟੂ ਪਾਵਰ x ਮਾਈਨਸ 1/x ਦੇ ਉੱਪਰ 1, a ਰੇਜ਼ ਟੂ ਪਾਵਰ x ਮਾਈਨਸ 1/x ਦੇ ਉੱਪਰ log of a। ਜਿਵੇਂ ਫਸਟ ਪਾਰਟ ਦਾ ਪ੍ਰੂਫ ਆਪਣੇ ਕੋਲ ਹੈਗਾ ਕਿ ਆਪਾਂ ਹੁਣੇ ਕਿਹਾ ਹੈ ਕਿ ਜਿਹੜਾ e ਰੇਜ਼ ਟੂ ਪਾਵਰ x ਮਾਈਨਸ 1/x ਹੈ ਨਾ, ਉਹ 1 ਤੇ 1 ਮਾਈਨਸ x ਦੇ ਵਿੱਚ ਲਾਈ ਕਰਦਾ। ਤੁਸੀਂ ਕੀ ਕੀਤਾ, ਤਿੰਨਾਂ ਦੇ ਨਾਲ x ਮਲਟੀਪਲਾਈ ਕੀਤਾ। ਜਿਵੇਂ x ਜਦੋਂ ਇੱਥੇ ਮਲਟੀਪਲਾਈ ਕਰੋਗੇ ਤਾਂ ਉਹਨੇ ਕੈਂਸਲ ਹੋ ਜਾਣਾ, ਇੱਥੇ x ਮਲਟੀਪਲਾਈ ਹੋ ਗਿਆ ਤੇ 1 ਦੇ ਨਾਲ ਵੀ x ਮਲਟੀਪਲਾਈ ਹੋ ਗਿਆ। ਤੁਹਾਨੂੰ e ਰੇਜ਼ ਟੂ ਪਾਵਰ x ਦੀ ਚਾਹੀਦੀ ਸੀ, ਤੁਸੀਂ ਇਹ 1 ਜਿਹੜਾ ਸੀ ਉਹ ਤਿੰਨਾਂ ਦੇ ਨਾਲ ਐਡ ਕਰਤਾ। ਹੁਣ ਜੋ ਲੈਫਟ ਹੈਂਡ ਲਿਮਿਟ ਹੈ 1 + x, ਇਹ 1 ਨੂੰ ਅਪਰੋਚ ਕਰਦੀ ਹੈ ਇਫ x ਅਪਰੋਚਿਸ ਟੂ 0 ਪੋਜ਼ਿਟਿਵ। ਤੇ ਅਗਰ ਤੁਸੀਂ ਰਾਈਟ ਹੈਂਡ ਲਿਮਿਟ ਲੈਂਦੇ ਹੋ x ਅਪਰੋਚਿਸ ਟੂ 0 ਪੋਜ਼ਿਟਿਵ, ਇਹ ਵੀ 1 ਨੂੰ ਹੀ ਅਪਰੋਚ ਕਰਦੀ ਹੈ। ਤਾਂ ਬਾਈ ਸਕੁਇਜ਼ ਪ੍ਰਿੰਸੀਪਲ ਅਗਰ ਲੈਫਟ ਸਾਈਡ ਵਾਲੀ ਤੇ ਰਾਈਟ ਸਾਈਡ ਵਾਲੀਆਂ ਦੋਨੋਂ ਫੰਕਸ਼ਨ ਸੇਮ ਲਿਮਿਟ ਨੂੰ ਅਪਰੋਚ ਕਰਦੇ ਹੋਣ ਤਾਂ ਸੈਂਟਰ ਵਾਲਾ ਜਿਹੜਾ ਫੰਕਸ਼ਨ ਆ ਉਹ ਵੀ ਉਸੇ ਲਿਮਿਟ ਨੂੰ ਹੀ ਅਪਰੋਚ ਕਰਦਾ। ਤਾਂ ਮੀਨਸ ਲਿਮਿਟ x ਅਪਰੋਚਿਸ ਟੂ 0 ਪੋਜ਼ਿਟਿਵ e ਰੇਜ਼ ਟੂ ਪਾਵਰ x ਇਕੁਅਲ ਟੂ 1, ਇਹ ਤਾਂ ਹੋਗੀ ਰਾਈਟ ਲਿਮਿਟ। ਦੈਨ ਤੁਸੀਂ ਸੇਮ ਲੈਫਟ ਲਿਮਿਟ ਲਈ ਸੋਲਵ ਕਰ ਸਕਦੇ ਹੋ, ਹੈ ਨਾ। ਲੈਫਟ ਲਿਮਿਟ ਮੀਨਸ 0 ਨੈਗੇਟਿਵ ਲੈ ਕੇ। ਜਿਹੜਾ ਸੈਕਿੰਡ ਪਾਰਟ ਹੈ e ਰੇਜ਼ ਟੂ ਪਾਵਰ x ਅਪਰੋਚਿਸ ਟੂ e ਰੇਜ਼ ਟੂ ਪਾਵਰ c ਐਜ਼ x ਅਪਰੋਚਿਸ ਟੂ c, ਇਹ ਵੀ ਸੇਮ ਇੱਦਾਂ ਹੀ ਹੈ ਬਿਲਕੁਲ। ਇਹਦੇ ਵਿੱਚ h ਅਪਰੋਚਿਸ ਟੂ 0 ਲੈ ਕੇ ਤੁਸੀਂ x + h ਦੇ ਵਿੱਚ ਕਨਵਰਟ ਕਰ ਲੈਣਾ। ਥਰਡ ਪਾਰਟ ਵੀ ਬਿਲਕੁਲ ਇੱਥੋਂ ਹੀ ਪ੍ਰੂਫ ਹੋਇਆ, ਇਸੇ ਹੀ ਐਗਜ਼ਾਮਪਲ ਤੋਂ, ਇਸੇ ਹੀ ਆਰਟੀਕਲ ਨੂੰ ਯੂਜ਼ ਕਰਦੇ ਹੋਏ। ਤੇ ਨੈਕਸਟ ਇਹ ਸੀਗਾ ਬੇਟਾ ਤੁਹਾਡੇ ਕੋਲ ਜਿਹੜਾ ਸੀ ਲਿਮਿਟ, ਹੈ ਨਾ, ਆਪਾਂ ਕਿਵੇਂ ਫਾਈਂਡ ਕਰਦੇ ਹਾਂ ਤੇ ਕਿੱਦਾਂ। ਨੈਕਸਟ ਟੌਪਿਕ ਆ ਜਾਂਦਾ ਕੰਟੀਨਿਊਟੀ ਦਾ, ਕੰਟੀਨਿਊਟੀ ਔਰ ਡਿਸਕੰਟੀਨਿਊਟੀ ਦਾ। ਇਹਨੂੰ ਆਪਾਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਇਨ ਲਿਮਿਟ ਵਾਲੇ ਟੌਪਿਕ ਦੇ ਵਿੱਚ ਅਗਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਜਾਂ ਕੋਈ ਡਾਊਟ ਹੈ ਉਹ ਆਪਾਂ ਕਲੀਅਰ ਕਰ ਲੈਣਾ ਨਾਲ ਦੀ ਨਾਲ।
ਕੰਟੀਨਿਊਟੀ ਵਾਲਾ ਟੌਪਿਕ ਕੱਲ ਕਰਦੇ ਹਾਂ ਅਗਲੇ ਲੈਕਚਰ 'ਚ। ਓਕੇ।